लुधियाना के पखोवाल रोड स्थित पॉश रेजिडेंशियल एरिया ओमेक्स में इन दिनों चुनाव की पूरी धूम है। यहाँ पर ओमेक्स रेजिडेंट वेलफेयर सोसाइटी के चुनाव 10 जनवरी को होने जा रहे हैं, जिसको लेकर यहाँ के रहने वाले निवासियों में बेहद उत्साह पाया जा रहा है तथा चुनाव लड़ने के लिए उतरे उम्मीदवार भी पूरी तरह से सरगर्मी दिखा रहे हैं। रविवार को चुनाव होने के कारण यहाँ पर सरगर्मी कुछ अधिक ही बढ़ी हुई है तथा आज चुनाव मैदान में उतरे उम्मीदवारों द्वारा ओमेक्स फ्यूचर ग्रुप के तहत एक जन समर्थन व जागरूकता रैली निकाली गई, जिसके तहत रेजिडेंट्स के पास जाकर उन्हें अपने एजेंडों से अवगत कराया गया। प्रधान पद के उम्मीदवार विनीत हांडा व महासचिव पद के उम्मीदवार पंकज सक्सेना सहित पूरी टीम ने एक कार रैली के रूप में पूरे ओमेक्स में जाकर लोगों से संपर्क साधा और उन्हें 30 सूत्रीय मैनिफेस्टो के बारे में जागरूक कराया। इस मौके पर विनीत हांडा और टीम ने कहा कि यहाँ उनके चुनाव लड़ने का मकसद रेजिडेंट्स को लंबे समय से चली आ रही दिक्कतों से छुटकारा दिलाना है। वहीं उनकी प्राथमिकता यहाँ पर फैसिलिटी और मेंटेनेंस के नाम पर वसूले जा रहे अनावश्यक चार्जेस को कम कराना है, ताकि लोगों को पूरी सुविधा भी मिले और उन पर अनावश्यक खर्चे भी न पड़े। साथ ही पिछले समय में जो भी यहाँ पर फैसिलिटी और मेंटेनेंस के नाम पर वसूलियाँ हुई हैं, उसकी भी ऑडिट करवानी होगी। वही उन्होंने कहा कि ओमेक्स में एक फैमिली का रूप देना उनका उद्देश्य भी शामिल है, ताकि यहाँ पर रहने वाले रेजिडेंट एक दूसरे के साथ एक परिवार की तरह रहें और इस पूरे ओमेक्स का वातावरण एक परिवारनुमा हो और यहाँ पर हर प्रकार की सुविधाएं भी उपलब्ध हों। आरती ਤੁਹਾਡਾ स्वागत है। मैं गौतम जलंधरी लगातार ਤੁਹਾਨੂੰ ਜਿਹੜੇ ਪੰਜਾਬ ਦੀਆਂ ਦੇਸ਼ ਦੀਆਂ ਤੇ ਲੁਧਿਆਣੇ ਦੀਆਂ ਰੂਟੀਨ ਚ ਅਪਡੇਟ ਤੁਹਾਨੂੰ ਅਸੀਂ ਦਿੰਦੇ ਆ ਰਹੇ ਹਾਂ ਔਰ ਕਿਸੇ ਨਾ ਕਿਸੇ ਸ਼ਖਸੀਅਤ ਨਾਲ ਤੁਹਾਨੂੰ ਮੁਲਾਕਾਤ ਵੀ ਕਰਾਉਂਦੇ ਆ ਰਹੇ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਸੋਸ਼ਲ ਵਰਕਰ ਔਰ ਪੁਰਾਣੇ ਲੁਧਿਆਣੇ ਦੇ ਇੱਕ ਬਿਜ਼ਨਸਮੈਨ ਵਿਨੀਤ ਹਾਂਡਾ, ਜੋ ਕਿ ओमेक्स रेजिडेंस वेलफेयर सोसाइटी ਦੇ ਇਲੈਕਸ਼ਨ ਨੂੰ ਜਿਹੜੇ ਕਰਨ ਜਾ ਰਹੇ ਨੇ ਉਹਦੇ ਚ ਪਾਰਟਿਸਿਪੇਟ ਕਰ ਰਹੇ ਨੇ ਤੇ ਅਸੀਂ ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਅੱਜ ਇੱਥੇ ओमेक्स रेजिडेंट वेलफेयर सोसाइटी ਦੇ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਨੇ ਐਤਵਾਰ ਨੂੰ ਅਸੀਂ ਉਹਨਾਂ ਨੂੰ ਦੇਖਣ ਆਏ ਆ ਤੇ ਇੱਥੇ ਪੂਰੀ ਸਰਗਰਮੀ ਹੈ ਤੇ ਉਸ ਇਲੈਕਸ਼ਨ ਚ ओमेक्स ਫਿਊਚਰ ਗਰੁੱਪ ਵੱਲੋਂ ਵਿਨੀਤ ਹਾਂਡਾ ਐਜ਼ ਅ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਮੈਦਾਨ ਚ ਉਤਰੇ ਹੋਏ ਨੇ ਤੇ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਨ ਆਏ ਆ ਕਿ ਕਿਹਨਾਂ ਮੁੱਦਿਆਂ ਨੂੰ ਲੈ ਕੇ ਉਹ ਚੁਣਾਵ ਚ ਉਤਰੇ ਨੇ ਤੇ ਉਹਨਾਂ ਉਦੇਸ਼ ਕੀ ਹੈ ਚੁਣਾਵ ਚ। ਇਹਨਾਂ ਸਾਰੀਆਂ ਗੱਲਾਂ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਜਾਣੇ ਮਾਨੇ ਬਿਜ਼ਨਸਮੈਨ ਵਿਨੀਤ ਹਾਂਡਾ। ਸਭ ਤੋਂ ਪਹਿਲਾਂ ਅਸੀਂ ਹਾਂਡਾ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜਾਗਤੀ ਲਹਿਰ ਚ। ਮੈਂ ਸਿੰਪਲ ਸਵਾਲ ਹੈ ਬੜਾ ਕਿ ਅਸੀਂ ਅੱਜ ओमेक्स ਦੇ ਵਿੱਚ ਆਏ ਆ, ਇੱਥੇ ਇਲੈਕਸ਼ਨ ਹੋਣ ਜਾ ਰਹੇ ਨੇ। ਕਾਫੀ ਦੇਰ ਤੋਂ ਅਸੀਂ ओमेक्स ਦੀਆਂ ਗਤੀਵਿਧੀਆਂ ਦੇਖਦੇ ਆ ਰਹੇ ਨੇ, ਪਹਿਲੀ ਵਾਰੀ ਇਲੈਕਸ਼ਨ ਹੋਣ ਜਾ ਰਹੇ ਨੇ। ਇਹ ਕੀ ਉਦੇਸ਼ ਸੀਗਾ ਤੁਹਾਡਾ? ਤੁਸੀਂ ਪ੍ਰੈਜ਼ੀਡੈਂਟ ਲਈ ਖੜੇ ਹੋ, ਕੀ ਉਦੇਸ਼ ਹੈ ਤੁਹਾਡਾ ਖੜਨ ਦਾ? ਮੈਂ ਜਦੋਂ ਦਿੱਲੀ ਤੋਂ ਵਾਪਸ ਆਇਆ ਜੀ, ਮੈਂ ਇੱਥੇ ਮੇਰੀ ਕੋਠੀ ਹੈ ਕਿਚਲੂ ਨਗਰ, ਤੇ ਮੈਨੂੰ ਆ ਕੇ ਮੇਰੇ ਫਾਦਰ ਨੇ ਕਿਹਾ ਯਾਰ ਕੋਠੀ ਦੇ ਵਿੱਚ ਰਹੋ। ਲੇਕਿਨ ਦਿੱਲੀ ਜਾ ਕੇ ਮੈਂ ਆ ਦੇਖਿਆ ਕਿ ਜਿਹੜਾ ਮਕਾਨ ਹੈ ਉਹ ਆਦਮੀਆਂ ਨਾਲ ਬਣਦਾ ਹੈ, ਕੋਠੀ ਨਾਲ ਨਹੀਂ ਬਣਦਾ। ਮੈਂ ਆ ਕੇ ਫਿਰ ਇੱਥੇ ਸੁਸਾਇਟੀ ਦੇਖੀ ਤਾਂ ਮੈਨੂੰ ओमेक्स ਦਾ ਇਨਫਰਾਸਟ੍ਰਕਚਰ ਸਭ ਤੋਂ ਵਧੀਆ ਲੱਗਾ। ਮੈਂ ਇੱਥੇ ਜਦੋਂ ਸ਼ਿਫਟ ਹੋ ਗਿਆ ਉਸ ਤੋਂ ਬਾਅਦ ਮੈਂ ਇੱਥੇ ਦੇਖਿਆ ਕਿ ਇੱਥੇ ਨਾ ਫੈਸਿਲਿਟੀਜ਼ ਜਿਹੜੀਆਂ ਹੈਗੀਆਂ
ਜਿੰਨੀਆਂ ਵਧੀਆ ਓਮੈਕਸ ਨੇ ਪ੍ਰੋਵਾਈਡ ਕੀਤੀਆਂ ਉਹਨਾਂ ਨੂੰ ਮੇਨਟੇਨ ਉਹਦਾ ਵਧੀਆ ਨਹੀਂ ਹੋ ਰਿਹਾ, ਔਰ ਕੁਝ ਤਰ੍ਹਾਂ ਦੀਆਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਸੀ ਜਿਹਨੂੰ ਪਖਵਾਲ ਰੋਡ ਨੂੰ ਲੈ ਕੇ ਜਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਸੀ। ਉਹਨਾਂ ਚੀਜ਼ਾਂ ਨੂੰ ਜਦੋਂ ਮੈਂ ਸਾਰੀ ਚੀਜ਼ਾਂ ਨੂੰ ਐਨਾਲਾਈਜ਼ ਕੀਤਾ ਤੇ ਫਿਰ ਮੈਂ ਸੋਚਿਆ ਕਿ ਇਹਦੇ ਲਈ ਮੈਨੂੰ ਇੱਕ ਵਾਰ ਆ ਕੇ ਇਹਨੂੰ ਸਟ੍ਰੀਮਲਾਈਨ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮੈਂ ਐਜ਼ ਏ ਡਿਵੈਲਪਰ ਆ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਕਿ ਕਿੱਦਾਂ ਹੋਣੀਆਂ ਚਾਹੀਦੀਆਂ। ਤੇ ਮੈਂ ਵੈਸੇ ਤਾਂ ਕਿਹਾ ਸੀ ਇਹਨਾਂ ਨੂੰ ਕੋਈ ਪ੍ਰਧਾਨ ਖੜਾ ਕਰ ਲਓ, ਲੇਕਿਨ ਜਿਹੜੇ ਬੰਦੇ ਸੀ ਉਹਨਾਂ ਕੋਲ ਕੋਈ ਐਸਾ ਬੰਦਾ ਇੰਤਜ਼ਾਮ ਨਹੀਂ ਹੋਇਆ ਜਿਹੜਾ ਕੋਈ ਡਿਵੈਲਪਰ ਹੋਵੇ ਜਾਂ ਇਸ ਇਨਫਰਾਸਟ੍ਰਕਚਰ ਨੂੰ ਜਾਣਦਾ ਹੋਵੇ ਤਾਂ ਮੈਨੂੰ ਖੜਾ ਹੋਣਾ। ਸਰ ਤੁਸੀਂ ਜਿਹੜਾ ਵਿਜ਼ਨ ਹੈ, ਤੁਸੀਂ ਕਹਿ ਰਹੇ ਵੀ ਇੱਥੇ ਮੈਂ ਦੇਖਿਆ ਤੇ ਆਪਣਾ ਵਿਜ਼ਨ ਦੇਖਿਆ, ਉਸ ਵਿਜ਼ਨ ਦੇ ਮੁਤਾਬਕ ਨਹੀਂ, ਕੀ ਵਿਜ਼ਨ ਕੀ ਤੁਸੀਂ ਇੱਥੇ ਦੇਖਿਆ ਵੀ ਕੀ ਕਮੀਆਂ ਤੁਹਾਨੂੰ ਥੋੜਾ ਜਿਹਾ ਲੱਗਿਆ ਵੀ ਰੈਜ਼ੀਡੈਂਟ ਜਿਹੜੇ ਇੱਥੇ ਰਹਿ ਰਹੇ ਨੇ ਤੇ ਉਹਨਾਂ ਨੂੰ ਉਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਸੀ ਔਰ ਉਹ ਨਹੀਂ ਮਿਲ ਪਾ ਰਹੀਆਂ, ਉਹ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਤਾਂ ਆ ਚੀਜ਼ ਹੈ ਕਿ ਇੱਥੇ ਨਾ ਟੋਟਲ ਸੁਸਾਇਟੀ ਜਿਹੜੀ ਹੈਗੀ ਹੈ ਉਹ 8000 ਬੰਦਿਆਂ ਦੀ ਸੁਸਾਇਟੀ ਹੈ, ਲੇਕਿਨ ਜਿਹੜੇ ਆਪਸ 'ਚ ਮਿਲਦੇ ਜੁਲਦੇ ਬੰਦੇ ਸੀ ਉਹ ਤਕਰੀਬਨ 300-400 ਬੰਦਿਆਂ ਤੋਂ ਵੱਧ ਆਪਸ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਮੇਲ ਜੋਲ ਨਹੀਂ ਸੀ ਸੁਸਾਇਟੀ ਦੇ ਨਾਲ ਜਿੱਥੇ ਰਿਲੇਟ ਕਰੀਏ। ਸਭ ਬੰਦੇ ਆਪਣੇ 20-30-40 ਬੰਦਿਆਂ ਦੇ ਸਰਕਲ ਦੇ ਵਿੱਚ ਹੀ ਰਹਿੰਦੇ ਸੀ, ਉਸ ਤੋਂ ਬਾਹਰ ਨਹੀਂ ਨਿਕਲਦੇ ਸੀ। ਜਦੋਂ ਮੈਂ ਆ ਕੇ ਦੇਖਿਆ ਕਿ ਆਹ ਚੀਜ਼ ਹੈਗੀ ਹੈ, ਇਹਦੇ ਲਈ ਮੈਂ ਇੱਕ 550ਵਾਂ ਇੱਥੇ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਕਰਵਾਇਆ 10-12 ਦਿਨ ਦਾ 10 ਦਿਨ ਦਾ ਪੂਰਾ ਫੰਕਸ਼ਨ ਸੀ, ਜਿਹਦੇ ਵਿੱਚ ਮੈਂ ਫਿਰ ਆ ਦੇਖਿਆ ਕਿ ਉਹਨੂੰ ਕਰਨ ਤੋਂ ਬਾਅਦ ਮੈਂ ਸੋਚਿਆ ਸੀ ਮੈਂ ਸਭ ਨੂੰ ਇਨਵੋਲਵ ਕੀਤਾ ਉਹਦੇ ਵਿੱਚ ਕਿ ਮੈਂ ਸੋਚਿਆ ਸੀ ਸਭ ਇਕੱਠੇ ਹੋ ਜਾਣ, ਪਰ ਉਹ ਜਿੱਥੇ ਛੱਡਿਆ ਉੱਥੇ ਹੀ ਫਿਰ ਪਹੁੰਚ ਜਾਂਦੇ ਆ। ਤੇ ਉਹਦੇ ਕਾਰਨ ਜਿਹੜਾ ਹੈ ਮੈਂ ਐਜ਼ ਏ ਪ੍ਰੈਜ਼ੀਡੈਂਟ ਮੈਨੂੰ ਕੀ ਤੁਸੀਂ ਵਿਜ਼ਨ ਤੁਹਾਡਾ ਹੈ, ਕੋਈ ਏਜੰਡਾ ਹੈ, ਤੁਸੀਂ ਕੋਈ ਤਿਆਰ ਕੀਤਾ ਇਸ ਤਰ੍ਹਾਂ ਦਾ ਏਜੰਡਾ ਜਿਹੜਾ ਕਿ ਤੁਸੀਂ ਕਹੋ ਵੀ ਉਹ ਏਜੰਡੇ ਤੇ ਮੁਤਾਬਿਕ ਮੈਂ ਲੋਕਾਂ ਨੂੰ ਕਹਿੰਦਾ ਇੱਥੇ ਦੇ ਜਿੰਨੇ ਵੀ ਵੋਟਰਸ ਹੈ ਜਾਂ ਜਿਹੜੇ ਰੈਜ਼ੀਡੈਂਟ ਹੈ ਉਹ ਉਸ ਏਜੰਡੇ ਨੂੰ ਦੇਖਣ ਵੀ ਜਿਹੜੇ ਕਈਆਂ ਚੀਜ਼ਾਂ ਨਹੀਂ ਮਿਲੀਆਂ ਤੇ ਆਹ ਏਜੰਡਾ ਮੇਰਾ ਹੈਗਾ, ਕੁਝ ਇਸ ਤਰ੍ਹਾਂ ਦਾ ਏਜੰਡਾ ਕੋਈ ਤੁਹਾਡੇ ਕੋਲ ਹੈ? ਹਾਂਜੀ, ਅਸੀਂ ਆਪਣਾ 3 ਤਰੀਕ ਨੂੰ ਇੱਕ ਮੈਨੀਫੈਸਟੋ ਰਿਲੀਜ਼ ਕੀਤਾ ਸੀ। ਉਸ ਮੈਨੀਫੈਸਟੋ 'ਚ ਅਸੀਂ ਮੈਂ ਐਸੀਆਂ ਚੀਜ਼ਾਂ ਆਇਡੈਂਟੀਫਾਈ ਕੀਤੀਆਂ ਜਿਹੜੀਆਂ ਕਿ 30 ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮੈਨੂੰ ਲੱਗਿਆ ਕਿ ਇੱਥੇ ਹੋਣੀਆਂ ਚਾਹੀਦੀਆਂ। ਮੈਂ ਉਹ 30 ਪੁਆਇੰਟ ਦਾ ਮੈਨੀਫੈਸਟੋ ਬਣਾਇਆ। 30 ਪੁਆਇੰਟ ਦੇ ਮੈਨੀਫੈਸਟੋ ਤੋਂ ਬਾਅਦ ਮੈਂ ਕਿਹਾ ਕਿ ਇਹਨਾਂ 30 ਪੁਆਇੰਟਾਂ ਦੇ ਉੱਤੇ ਮੈਂ ਆਪੋਜੀਸ਼ਨ ਨੂੰ ਕਿਹਾ, ਜਿਹੜੇ ਬੰਦੇ ਸਾਡੇ ਆਪੋਜ਼ਿਟ ਖੜੇ ਆ, ਕਿ ਤੁਸੀਂ ਇੱਕ ਡਿਬੇਟ ਰੱਖੋ, ਲੇਕਿਨ ਉਹਨਾਂ ਨੇ ਅੱਜ ਤੱਕ ਕਿਸੇ ਵੀ ਉਹਨਾਂ ਦੇ ਬੰਦਿਆਂ ਨੇ ਡਿਬੇਟ ਲਈ ਹਾਂ ਨਹੀਂ ਕੀਤੀ। ਕਿ ਮੈਂ ਕਿਹਾ ਅਧਿਕਾਰ ਹੈ ਲੋਕਾਂ ਨੂੰ ਜਾਣਨ ਦਾ ਕਿ ਭਾਈ ਅਸੀਂ ਆ 30 ਪੁਆਇੰਟ ਪੂਰੇ ਕਿੱਦਾਂ ਕਰਾਂਗੇ, ਜਾਂ ਤੁਸੀਂ ਜੋ ਆਪਣੇ ਮੈਨੀਫੈਸਟੋ ਮੇਰੇ ਕੋਲ ਤੁਹਾਡਾ ਮੈਨੀਫੈਸਟੋ ਸ਼ਾਇਦ ਇਹੀ ਹੈ ਜਿਹੜਾ ਕਿ ਤੁਸੀਂ ਹਾਂਜੀ ਓਮੈਕਸ ਫਿਊਚਰ ਗਰੁੱਪ ਦੇ ਨਾਂ ਤੇ ਤੁਸੀਂ 30 ਪੁਆਇੰਟ ਦਾ ਦਿੱਤਾ ਹੈ ਤੇ ਇਹਦੇ ਵਿੱਚ ਕੀ ਬੇਸਿਕ ਤੁਸੀਂ ਜਿਹੜੀਆਂ ਗੱਲਾਂ ਕੀ ਤੁਹਾਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਤਾਂ ਸੀ ਕਿ ਇਹਦੇ ਵਿੱਚ ਹੁਣ ਅਗਰ ਆਪਾਂ ਦੇਖਦੇ ਹਾਂ ਕਿ ਮੇਨਟੇਨੈਂਸ ਚਾਰजेस ਜਿਹੜੇ ਹੁੰਦੇ ਆ ਸੁਸਾਇਟੀ ਦੇ ਵਿੱਚ, ਛੋਟੇ ਫਲੈਟਸ ਵੀ ਹੁੰਦੇ ਆ ਜਿਨ੍ਹਾਂ ਲੋਕਾਂ ਲਈ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਮੇਨਟੇਨੈਂਸ ਦੇ ਜਿਹੜੇ ਚਾਰਜ ਹੈਗੇ। ਅਗਲਾ ਬੰਦਾ ਨਾ ਸੋਚੇ ਕਿ ਮੈਂ ਘਰ ਖਰੀਦ ਕੇ ਵੀ ਆਪਣਾ ਰੈਂਟ ਜਿੰਨੇ ਪੈਸੇ ਹੀ ਦੇਣ ਲੱਗ ਗਿਆ, ਤਾਂ ਮੇਨਟੇਨੈਂਸ ਬਹੁਤ ਹਾਈ ਸੀ, ਕਿਉਂਕਿ ਉਹਦੇ ਵਿੱਚ ਇੱਕ ਤਾਂ 18% GST ਲੱਗ ਜਾਂਦਾ ਸੀ। ਸੁਸਾਇਟੀ ਜਿਹੜੀ ਸੀ ਉਹ GST, ਜਦਕਿ ਸੁਸਾਇਟੀ ਅਗਰ ਆਪਣੇ ਆਪ ਕੰਮ ਕਰੇਗੀ ਉਹਨੂੰ GST ਨਹੀਂ ਲੱਗਣਾ ਚਾਹੀਦਾ, ਤਾਂ ਉਹ 18 ਤਾਂ ਉੱਥੇ ਹੀ ਕਰ ਜਾਂਦਾ ਸੀ। ਇਸ ਲਈ ਅਸੀਂ 25% ਦਾ ਪ੍ਰੋਮਿਸ ਕੀਤਾ ਕਿ ਐਜ਼ ਏ ਬਿਲਡਰ ਮੈਨੂੰ 15-20% ਤਾਂ ਮੈਂ ਵੈਸੇ ਹੀ ਘਟਾ ਲਾਂਗਾ, ਮੈਨੂੰ ਪਤਾ ਹੈ ਕਿ ਕਿਸ ਤਰ੍ਹਾਂ ਘਟਾਇਆ ਜਾਂਦਾ ਹੈ। ਪਰ ਉਸ ਤੋਂ ਬਾਅਦ ਵੀ ਅਸੀਂ ਆਹ ਕੋਸ਼ਿਸ਼ ਕਰਨੀ ਹੈ ਲੋਕਾਂ ਨੂੰ ਬੈਸਟ ਤੋਂ ਬੈਸਟ ਕਿੱਦਾਂ ਕੁਆਲਿਟੀ ਆਫ ਲਿਵਿੰਗ ਦਿੱਤੀ ਜਾਵੇ ਤੇ ਘੱਟ ਤੋਂ ਘੱਟ ਪੈਸੇ ਉਹਨਾਂ ਤੋਂ ਕਿੱਦਾਂ ਦਿੱਤੇ ਜਾਣ। ਮਤਲਬ ਕਿ ਤੁਸੀਂ ਇੱਕ ਜਿਹੜਾ ਲੋਕ ਇੱਥੇ ਰਹਿੰਦੇ ਆ ਉਹਨਾਂ ਨੂੰ ਜਿਹੜੀ ਬੇਸਿਕ ਫੈਸਿਲਿਟੀ ਮਿਲਣੀ ਚਾਹੀਦੀ ਹੈ ਔਰ ਉਹਨਾਂ ਨੂੰ ਇੱਕ ਜਿਹੜੀ ਉਹਨਾਂ ਦਾ ਸੁਪਨਾ ਹੈ, ਡ੍ਰੀਮ ਹਾਊਸ ਦਾ ਸੁਪਨਾ ਹੈ, ਉਹ ਵਾਕਈ ਹੋਵੇ ਤੇ ਉਹਨਾਂ ਦਾ ਬੋਝ ਨਾ ਪਵੇ, ਉਹ ਤੁਸੀਂ ਦੇਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਤਾਂ ਹੁਣ ਇਹਦੇ ਵਿੱਚ ਅਸੀਂ ਲਿਖਿਆ ਕਿ ਸਾਨੂੰ ਆਈ ਨਹੀਂ ਪਤਾ, ਅੱਜ ਦੀ ਡੇਟ 'ਚ ਅਸੀਂ ਪੁਰਾਣੀ ਐਸੋਸੀਏਸ਼ਨ ਨੂੰ ਕਿਹਾ ਤੁਸੀਂ ਕੋਈ ਡਾਟਾ ਦਿਓ ਜੀ ਕਿੰਨੇ ਬੰਦੇ ਆ। ਉਹ ਕਹਿੰਦੇ ਜੀ ਸਾਡੇ ਤਾਂ ਟੋਟਲ ਮੈਂਬਰ ਹੀ 180 ਹੈ। ਅੱਜ ਤੱਕ 2 ਸਾਲਾਂ ਤੋਂ ਸਾਡੇ ਕੋਲ 180 ਮੈਂਬਰ ਹੀ ਨਹੀਂ ਪਾਏ। ਮੈਂ ਕਿਹਾ ਯਾਰ ਸਭ ਨੂੰ ਬੇਸਿਕਲੀ ਜਿਹੜਾ ਬੰਦੇ ਨੇ ਇੱਕ ਮਕਾਨ ਲੈ ਲਿਆ, ਤੁਸੀਂ ਉਹਦੇ ਤੋਂ 100-200 ਰੁਪਈਆ ਲੈਣ ਲਈ ਤੁਸੀਂ ਉਹਨੂੰ ਰੈਜ਼ੀਡੈਂਟ ਮੈਂਬਰ ਨਹੀਂ ਬਣਾ ਰਹੇ, ਤੁਸੀਂ ਉਹ ਸਭ ਨੂੰ ਮੈਂਬਰ ਬਣਾ ਦਿਓ। ਮੈਂ ਕਿਹਾ ਸਭ ਤੋਂ ਫਾਰਮ ਭਰਵਾਓ, ਲੇਕਿਨ ਉਹਦੇ ਤੋਂ ਬਣਾ ਦਿਓ ਤੇ ਅਸੀਂ ਉਹਦੀ ਡਾਇਰੈਕਟਰੀ ਰਿਲੀਜ਼ ਕਰ ਦਈਏ। ਲੇਕਿਨ ਉਹਨਾਂ ਨੇ ਹਜੇ ਤੱਕ ਫਾਰਮ ਤਾਂ ਭਰਾਏ ਨਹੀਂ, ਮੈਂਬਰਸ਼ਿਪ ਮੇਰੇ ਕਹੇ ਤੇ ਉਹਨਾਂ ਨੇ ਸਭ ਨੂੰ ਦੇ ਦਿੱਤੀ, ਲੇਕਿਨ ਫਾਰਮ ਭਰਾ ਜਿੰਨਾ ਜ਼ੋਰ ਲਾਇਆ ਨਹੀਂ ਉਹਨਾਂ ਨੇ। ਅੱਛਾ, ਇਹ ਬੜਾ ਵੱਡਾ ਲੁਧਿਆਣੇ 'ਚ ਮੇਰੇ ਕੋਲ ਸਭ ਨੂੰ ਵੱਡੀ ਹੈਗੀ ਆ ਓਮੈਕਸ ਹੈ, ਅੱਛਾ ਤੇ ਲਿਵਿੰਗ ਵੀ ਅੱਛਾ ਹੈ, ਰੈਜ਼ੀਡੈਂਟ ਵੀ ਬਹੁਤ ਹਾਈ ਕਲਾਸ ਤੇ ਗਿਆ ਔਰ ਮੇਰਾ ਖਿਆਲ ਲੁਧਿਆਣੇ 'ਚ ਸਭ ਨੂੰ ਪੌਸ਼ ਜਿਹੜਾ ਵੀ ਕੀਮਤ ਦੇ ਮੁਤਾਬਕ ਚੱਲੀਏ ਕਰੋੜਾਂ ਦੀ ਇੱਥੇ ਫਲੈਟਸ ਜਿਹੜੇ ਆ ਹੋ ਗਿਆ। ਆਪਾਂ ਕੀ ਇਸ ਤਰ੍ਹਾਂ ਦੀ ਹੁਣ ਤੱਕ ਇੱਥੇ ਵੀ ਫੈਸਿਲਿਟੀਜ਼ ਹੈਗੀਆਂ ਤੁਹਾਨੂੰ ਲੱਗਦਾ ਵੀ ਇੱਥੇ ਹੈਗੀਆਂ ਕੋਈ ਪਾਰਕ ਜਾਂ ਕੋਈ ਕਲੱਬਸ ਵਗੈਰਾ ਜਾਂ ਕੋਈ ਜਿਮ, ਕੋਈ ਇਸ ਤਰ੍ਹਾਂ ਦੀ
ਹੈ ਜਾਂ ਤੁਹਾਡੇ ਵਿਜ਼ਨ 'ਚ ਹੈ ਕੋਈ ਇਸ ਤਰ੍ਹਾਂ? ਦੇਖੋ ਬੜੀ ਸਿੰਪਲ ਗੱਲ ਹੈ, ਓਮੈਕਸ ਨੇ ਇੱਥੇ ਬੈਸਟ ਇਨਫਰਾਸਟ੍ਰਕਚਰ ਜੋ ਉਹਦੇ ਕੋਲੋਂ ਹੋ ਸਕਦਾ ਸੀ ਉਹ ਪ੍ਰੋਵਾਈਡ ਕਰਤਾ। ਚਾਹੇ ਉਹ ਜਿਮ ਹੈ, ਚਾਹੇ ਉਹ ਕਲੱਬ ਹੈ, ਚਾਹੇ ਕੋਈ ਹੋਰ ਚੀਜ਼ਾਂ ਹੈ, ਇੱਥੇ ਸਪੋਰਟਸ ਦੀ ਫੈਸਿਲਿਟੀ ਹੈ, ਹਰ ਤਰ੍ਹਾਂ ਦੀ ਜਿਮ ਜਿਹੜੇ ਹੈਗਾ ਉਹ ਵੀ ਬੈਸਟ ਬਣਾਇਆ ਉਹਨਾਂ ਨੇ, ਰੈਸਟੋਰੈਂਟ ਬਣਾਇਆ, ਸਵਿਮਿੰਗ ਪੂਲਸ ਬਣਾਏ, ਜੋ ਇੱਕ ਵਰਲਡ ਕਲਾਸ ਫੈਸਿਲਿਟੀ ਹੋ ਸਕਦੀ ਹੈ ਉਹਨੂੰ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਪ੍ਰੋਬਲਮ ਕੀ ਹੈ, ਜਿਹਨੂੰ ਉਹਨੂੰ ਚਲਾਉਣ ਵਾਲੇ ਬੰਦੇ ਆ ਨਾ, ਉਹ ਉਹਨਾਂ ਕੋਲ ਨਾ ਪ੍ਰੋਫੈਸ਼ਨਲ ਆਏ, ਉਹ ਬੰਦੇ ਆਪਣਾ ਹੀ ਵਿੱਚੋਂ ਇੰਟਰਸਟ ਭਾਲਣ ਲੱਗ ਜਾਂਦੇ ਆ, ਜਿਹਦੇ ਕਾਰਨ ਉਹ ਫੈਸਿਲਿਟੀਆਂ ਨਾ ਤਾਂ ਮੇਨਟੇਨ ਪ੍ਰੋਪਰ ਰਹਿੰਦੀਆਂ, ਨਾ ਹੀ ਉਹਦੇ ਵਿੱਚੋਂ ਲੋਕਾਂ ਨੂੰ ਫਾਇਦਾ ਮਿਲ ਪਾਉਂਦਾ। ਅੱਛਾ, ਇੱਕ ਬੜੀ ਪ੍ਰੋਬਲਮ ਆਉਂਦੀ ਹੈ ਆਮ ਤੌਰ ਤੇ ਰੈਜ਼ੀਡੈਂਟ ਦਾ, ਆਪਾਂ ਦੇਖੀਦਾ ਵੀ ਜਿਹੜੇ ਵੀ ਕੋਈ ਚਾਹੇ ਛੋਟੀ ਕਲੋਨੀ ਹੈ ਚਾਹੇ ਵੱਡੀ ਕਲੋਨੀ ਹੈ, ਜਿਹੜੇ ਪ੍ਰਮੋਟਰ ਹੈ ਚਾਹੇ ਕੰਪਨੀ ਹੈ ਇੱਥੇ, ਔਰ ਕੰਪਨੀ ਨਾਲ ਕਈ ਰੈਜ਼ੀਡੈਂਟ ਦੀਆਂ ਬੜੀਆਂ ਹੀ ਕੰਪਲੇਂਟਸ ਹੁੰਦੀਆਂ, ਕਹਿੰਦੇ ਵੀ ਕੋਈ ਵਾਅਦਾ ਕੀਤਾ ਸੀ ਉਹ ਵਾਅਦੇ ਹੁਣ ਨਹੀਂ ਹੋਏ, ਜਾਂ ਉਸ ਤੋਂ ਬਾਅਦ ਜਿਹੜੀਆਂ ਪ੍ਰੋਬਲਮਸ ਉਹਨਾਂ ਨੂੰ ਫੇਸ ਕਰਨੀ ਪੈਂਦੀਆਂ ਉਹ ਜਿਹੜੀਆਂ ਕੰਪਨੀ ਉਹ ਤੇ ਪੂਰਾ ਨਹੀਂ ਉਤਰਦੀ। ਉਹਨਾਂ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਉਹਨੂੰ ਕੋਈ ਇੱਕ ਸਿਸਟਮ ਬਣਾਓਗੇ, ਕੋਈ ਹੈ ਵਿਜ਼ਨ ਤੁਹਾਡਾ ਇਸ ਤਰ੍ਹਾਂ? ਹਾਂਜੀ ਬਿਲਕੁਲ ਉਹ ਠੀਕ ਗੱਲ ਹੈ ਤੁਸੀਂ, ਕਿਉਂਕਿ ਜਿਹੜੀ ਕੰਪਨੀ ਬੰਦੇ ਅਪਾਇੰਟ ਕਰਦੀ ਹੈ ਉਹ ਵਾਅਦਿਆਂ ਨੂੰ ਪੂਰਾ ਕਰਨ ਲਈ ਉਹ ਕਰ ਹੀ ਨਹੀਂ ਪਾਉਂਦੇ। ਇਸੇ ਲਈ ਅਸੀਂ ਇੱਕ ਸੈਲਫਲੈਸ ਸੁਸਾਇਟੀ ਹੋਣੀ ਚਾਹੀਦੀ ਹੈ। ਜਦੋਂ ਆਪਾਂ ਇੱਕ ਜਗ੍ਹਾ ਤੇ ਰਹਿੰਦੇ ਹਾਂ, ਆਪਾਂ ਇੱਕ ਪਰਿਵਾਰ ਹੋ ਜਾਂਦੇ ਹਾਂ, ਉਸ ਪਰਿਵਾਰ ਚੋਂ ਹੀ ਅਸੀਂ ਕੁਝ ਮੈਂਬਰ ਕੀਤੇ ਹੈ ਜਿਨ੍ਹਾਂ ਨੂੰ ਅਸੀਂ ਸੈਕਟਰੀ, ਜਿੱਦਾਂ ਕੋਈ ਕਲਚਰਲ ਦਾ ਕੰਮ ਹੋਣਾ ਹੈ, ਕਿਸੇ ਕੋਈ ਫੰਕਸ਼ਨ ਸੈਲੀਬ੍ਰੇਟ ਨੂੰ ਕਲਚਰਲ ਸੈਕਟਰੀ ਕਰੇਗਾ, ਮੈਸ ਸੈਕਟਰੀ ਜਿਹੜਾ ਹੈ ਉਹ ਮੈਕ ਸੈਕਟਰੀ ਕਰੇਗਾ। ਇਸੇ ਤਰੀਕੇ ਨਾਲ ਐਜ਼ ਏ ਪ੍ਰੈਜ਼ੀਡੈਂਟ ਮੇਰੀ ਆਹੀ ਡਿਊਟੀ ਹੋਏਗੀ ਕਿ ਮੈਂ ਡੈਲੀਗੇਸ਼ਨ ਆਫ ਪਾਵਰ ਕਰਕੇ ਆਪਣੇ ਕੋਲ ਕੋਈ ਪਾਵਰ ਨਾ ਰੱਖਦੇ ਹੋਏ ਸਾਰੀ ਪਾਵਰ ਆਪਣੇ ਬੰਦਿਆਂ ਕੋਲ ਡਿਸਟ੍ਰੀਬਿਊਟ ਡੀਸੈਂਟਰਲਾਈਜ਼ ਕਰਕੇ ਉਹ ਕੰਮ ਕਰਦੇ। ਅੱਛਾ, ਜਿਸ ਤਰ੍ਹਾਂ ਵੀ ਆਪਾਂ ਵਿਜ਼ਨ ਬਣਾਇਆ ਵੀ ਆਪਾਂ ਤੁਸੀਂ 30 ਮੈਂਬਰੀ ਮੈਨੀਫੈਸਟੋ ਵੀ ਦਿੱਤਾ ਹੈ, ਇਹ 'ਚ ਤੁਹਾਨੂੰ ਕੀ ਲੱਗਦਾ ਵੀ ਲੋਕ ਜਿਹੜੇ ਆ ਹੁਣ ਤੱਕ, ਤੁਸੀਂ ਇਲੈਕਸ਼ਨ ਸੰਡੇ ਨੂੰ ਹੈ, ਤੁਹਾਨੂੰ ਹੁਣ ਤੱਕ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਹੈ? ਦੇਖिए ਰਿਸਪੌਂਸ ਇੱਦਾਂ ਸੀ ਕਿ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ, ਲੋਕੀ ਕਹਿੰਦੇ ਸੀ ਕਿ ਜੀ 200-300 ਬੰਦਿਆਂ ਤੋਂ ਜ਼ਿਆਦਾ 2000 ਚੋਂ ਬਾਹਰ ਹੀ ਨਹੀਂ ਨਿਕਲਣਾ, 2000 ਘਰ ਹੈ ਤਾਂ ਉਹ ਚੋਂ 200-300 ਤੋਂ ਵੱਧ ਬਾਹਰ ਨਹੀਂ ਨਿਕਲਣਾ। ਲੇਕਿਨ ਹੁਣ ਮੈਂ ਸਭ ਘਰਾਂ 'ਚ ਕੱਲੇ ਤੋਂ ਕੱਲੇ ਘਰ ਦੇ ਵਿੱਚ ਆਪ ਗਿਆ, ਮੈਂ ਉਹਨਾਂ ਤੋਂ ਵੋਟ ਮੰਗਣ ਨਹੀਂ ਗਿਆ। ਮੈਂ ਕਿਹਾ ਮੈਨੀਫੈਸਟੋ ਪੜ੍ਹੋ, ਆਪਣੀਆਂ 30 ਪ੍ਰੋਬਲਮਸ ਹੈਗੀਆਂ, ਇਹਨਾਂ ਦੇ ਉੱਤੇ ਆਪਾਂ ਲੜਾਈ ਲੜਨੀ ਹੈ, ਜੇ ਤੁਸੀਂ ਹੈਗੇ ਹੋ ਨਾਲ ਆ ਜਾਓ। ਲੇਕਿਨ ਹੁਣ ਤੱਕ ਜੋ ਸਾਡੀ ਰਿਪੋਰਟ ਕਹਿੰਦੀ ਹੈ, ਲੋਕੀ 600-700 ਤੱਕ ਆ ਚੁੱਕੇ ਆ, ਔਰ ਸਾਡੇ ਕੋਲ ਅੱਜ ਦਾ ਲਾਸਟ ਦਿਨ ਹੈ। ਮੇਰੀ ਜਿਹੜਾ ਦਿਲ ਕਹਿੰਦਾ ਹੈ ਕਿ ਘੱਟ ਤੋਂ ਘੱਟ 1000 ਵੋਟ ਇਸ ਵੇਲੇ ਵੋਟ ਪਾਉਣ, ਲੋਕੀ ਆਉਣਗੇ। ਲੋਕਾਂ ਨੂੰ ਵੈਸੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿੱਥੇ ਤੇ ਰੈਜ਼ੀਡੈਂਟ ਹੈ, ਜਿਹੜੇ ਖਾਸ ਕਰਕੇ ਜਿਹੜੇ ਇੱਕ ਮੈਚੁਰ ਸਾਰੇ ਇੱਥੇ ਏਰੀਆ ਹੈ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਵਾਕਈ ਉਹਨਾਂ ਨੇ ਇੰਨਾ ਪੈਸਾ ਖਰਚ ਕੇ, ਇੰਨਾ ਆਪਣੇ ਜਿੱਥੇ ਜਿੱਥੇ ਰਹਿੰਦੇ ਉਹਨੂੰ ਛੱਡ ਕੇ ਕਈ ਸਾਲਾਂ ਤੋਂ ਰਹਿੰਦੇ ਹੋਣੇ ਇੱਥੇ ਹੁਣ ਆਏ ਆ, ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡਾ ਵਿਜ਼ਨ ਦੇ ਮੁਤਾਬਿਕ ਜਾਂ ਜਿੱਦਾਂ ਹੋਣਾ ਚਾਹੀਦਾ ਹੈ, ਚਾਹੇ ਤੁਸੀਂ ਚੁਣੋ ਨਾ ਚੁਣੋ ਇੱਕ ਵੱਖਰੀ ਗੱਲ ਹੈ, ਹਾਰ ਜਿੱਤ ਇੱਕ ਵੱਖਰੀ ਚੀਜ਼ ਹੈ, ਠੀਕ ਹੈ, ਅਸੀਂ ਜਿੱਤਣ ਲਈ ਆਏ ਆ, ਜੇ ਤੁਸੀਂ ਕੋਈ ਤੁਹਾਨੂੰ ਜਿਤਾਊਗਾ ਠੀਕ ਹੈ, ਲੇਕਿਨ ਇੱਕ ਰੈਜ਼ੀਡੈਂਟ ਨੂੰ ਜੋ ਮਿਲਣਾ ਚਾਹੀਦਾ ਉਹ ਕੀ ਚੀਜ਼ ਹੈ ਜਿਹੜੀ ਮਿਲਣੀ ਚਾਹੀਦੀ ਵੀ ਉੱਥੇ ਜ਼ਰੂਰ ਰਹਿਣ? ਦੇਖੋ ਮੇਰੀ ਤਾਂ ਸਭ ਲੋਕਾਂ ਨੂੰ ਇੱਕ ਰਿਕੁਐਸਟ ਹੈ, ਮੈਨੂੰ ਜਿੱਤਣ ਜਾਂ ਹਾਰਨ ਦਾ ਕੋਈ ਮਕਸਦ ਨਹੀਂ ਹੈ। ਮੈਨੂੰ ਮਕਸਦ ਆ ਹੈ ਕਿ ਆਹ ਸੁਸਾਇਟੀ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ 50 ਮਤਲਬ ਇੱਕ ਜਦ ਲੈਵਲ ਸੀ 2 ਸਾਲ ਪਹਿਲਾਂ, ਜਿੱਥੇ ਆ ਸੁਸਾਇਟੀ ਸਿਰਫ 500-700 ਘਰਾਂ ਦੀ ਸੁਸਾਇਟੀ ਸੀ, ਜਿਹੜੀ 2 ਸਾਲਾਂ 3 ਸਾਲਾਂ 'ਚ ਵੱਧ ਕੇ ਅੱਜ 1500-2000 ਘਰਾਂ ਦੀ ਹੋ ਗਈ ਹੈ, ਔਰ ਅਗਲੇ 2 ਸਾਲਾਂ 'ਚ 3-3.5 ਘਰਾਂ ਦੀ ਸੁਸਾਇਟੀ ਬਣ ਜਾਏਗੀ। ਇਹਦੇ 'ਚ ਇੱਕ ਆਰਗੇਨਾਈਜ਼ਡ ਸਟਰਕਚਰ ਹੋਣਾ ਬੜਾ ਜ਼ਰੂਰੀ ਹੈ, ਬਿਕੋਜ਼ ਅੱਜ 5000 ਤੋਂ ਦੇ ਉਹਦੇ ਉੱਤੇ ਤਾਂ ਪਾਪੂਲੇਸ਼ਨ ਜਿੱਥੇ ਆ ਜਾਏ ਉੱਥੇ ਕਾਉਂਸਲਰ ਖੜਾ ਹੋ ਜਾਂਦਾ। ਇੱਥੇ ਆਪਣੀ ਪੰਚਾਇਤ ਬਣਨੀ ਚਾਹੀਦੀ, ਆਪਣੇ ਸਿਸਟਮਸ ਹੋਣੇ ਚਾਹੀਦੇ ਆ ਜਿਹਦੇ ਨਾਲ ਕਿ ਆਪਾਂ ਅੱਗੇ ਵੱਧ ਸਕੀਏ, ਸਾਰੇ ਲੋਕ ਫੈਮਿਲੀ ਦੇ ਤਰੀਕੇ ਰਹਿ ਸਕੀਏ। ਠੀਕ ਹੈ, ਲਾਸਟ 'ਚ ਆਪਾਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਅੱਜ ਇੱਕ ਮੈਸੇਜ ਕੀ ਦੇਣਾ ਚਾਹੁੰਦੇ? ਬਸ ਦੇਖੋ ਮੇਰੀ ਸਭ ਲੋਕਾਂ ਨੂੰ ਆਹ ਅਪੀਲ ਹੈ ਕਿ ਵੋਟ ਜ਼ਰੂਰ ਪਾਣਾ। ਅਸੀਂ ਤੁਹਾਨੂੰ ਇੱਕ ਮੈਨੀਫੈਸਟੋ ਦਿੱਤਾ 30 ਪੁਆਇੰਟ ਪ੍ਰੋਗਰਾਮ ਦਾ, ਦੂਜੇ ਮੈਨੀਫੈਸਟੋ ਨੂੰ ਵੀ ਪੜ੍ਹੋ, ਦੂਜੇ ਗਰੁੱਪ ਨੇ ਵੀ ਤੁਹਾਨੂੰ ਦਿੱਤਾ, ਉਹ ਗਰੁੱਪ 2 ਸਾਲ ਕੰਮ ਕਰ ਚੁੱਕਾ ਹੋਇਆ। ਕੰਮ ਕਰਨ ਤੋਂ ਬਾਅਦ ਪਰਫਾਰਮੈਂਸ ਉਹਨਾਂ ਦੀ ਤੁਹਾਡੇ ਅੱਗੇ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਹਦੇ ਵਿੱਚ ਪਰਫਾਰਮੈਂਸ ਲਈ ਪ੍ਰੋਮਿਸ ਨਹੀਂ ਕੀਤੇ, ਕਮਿਟਮੈਂਟ ਕੀਤੀ ਹੈ, ਮੈਂ ਇੰਨੀ ਚੀਜ਼ ਕਹੀ ਹੈ ਕਿ ਅਗਰ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਮੈਂ ਅਗਲੇ ਵਾਰ ਤੁਹਾਡੇ ਤੋਂ ਵੋਟ ਮੰਗਣ ਨਹੀਂ ਆਵਾਂਗਾ। ਮੇਰਾ ਬੇਸ। ਤੇ ਇਹ ਸਨ ਨੀਤ ਹਾਂਡਾ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਓਮੈਕਸ ਫਿਊਚਰ ਗਰੁੱਪ ਵੱਲੋਂ ਖੜੇ ਨੇ, ਔਰ ਪ੍ਰੈਜ਼ੀਡੈਂਟ ਲਈ ਇਹਨਾਂ ਦੀ ਪੂਰੀ ਟੀਮ ਹੈ। ਇਹਨਾਂ ਦਾ ਜਿਹੜਾ ਇੱਕ ਵਿਜ਼ਨ ਹੈ, ਬ੍ਰੌਡ ਵਿਜ਼ਨ ਹੈ, ਤੇ ਜਿਹੜਾ ਕੰਮ ਹੈ ਇਹਨਾਂ ਨੇ ਕਿਹਾ ਕੰਮ ਦੇ ਆਧਾਰ ਤੇ ਤੁਸੀਂ ਜਿਹੜਾ ਅਸੀਂ ਦੱਸਿਆ ਹੈ ਉਹਦੇ ਆਧਾਰ ਤੇ ਦੇਖ ਕੇ ਪੂਰਾ ਦੇਖ ਪਰਖ ਕੇ ਔਰ ਆਓ ਔਰ ਵੋਟ ਜ਼ਰੂਰ ਪਾਓ। ਇਸ ਜਿਹੜਾ ਲੋਕਤੰਤਰ ਦਾ ਇੱਕ ਜਿਹੜਾ ਮਹੋਤਸਵ ਇੱਕ ਇਸ ਸੁਸਾਇਟੀ 'ਚ ਇਹ ਤੁਹਾਨੂੰ ਹੋਣ ਵਾਲਾ, ਉਹ 'ਚ ਆਪਣਾ ਯੋਗਦਾਨ ਜ਼ਰੂਰ ਪਾਓ। ਮੈਂ गौतम जगंदरी, जागती रैली, पारसदानिया के नाल। मैं पंकज सक्सेना हूँ, मैं जनरल सेक्रेटरी के लिए कंटेस्ट कर रहा हूँ और ये ओमेक्स रेजिडेंट्स वेलफेयर सोसाइटी है
जो 2 साल पहले एग्जिस्टेंस में आई है और इसके पहली बार चुनाव होने जा रहे हैं। अभी तक सेल्फ इलेक्टेड लोग थे, लेकिन अब पहली बार इलेक्शन होएगा और चुने हुए कैंडिडेट्स आएंगे, जिससे कि समस्याएं जो भी ओमेक्स की हैं वो सॉल्व की जा सके। क्या मकसद क्या है इलेक्शन का? मकसद ये है कि ये एक बहुत बड़ी सोसाइटी बन गई है, इसमें 1600 से 1700 फैमिली आ चुकी हैं, लेकिन प्रॉब्लम्स बहुत ज़्यादा है बिल्डर्स की तरफ से, मेंटेनेंस कंपनी की तरफ से, और ये लोग सुनते नहीं है। इसके लिए हम लोगों ने बहुत सी पॉइंट्स आइडेंटिफाई किए हैं और जिसे हम लोग दूर करने की कोशिश करेंगे। इसके लिए एक मजबूत टीम आनी बहुत जरूरी है। क्या विजन क्या है आपका? विजन आप बताएंगे क्या इलेक्शन मैनिफेस्टो में जो आपने दिया है? बेसिक विजन क्या है आपका? बेसिक विजन वैसे तो 30 पॉइंट्स आइडेंटिफाइड है। इसमें कई तरह की समस्याएं हैं, हाउसकीपिंग की समस्या है, सिक्योरिटी की समस्या है, लेकिन जो बिगेस्ट प्रॉब्लम है वो मेंटेनेंस चार्जेस। ये कंपनी हमारे साथ बिजनेस करके दिन पर दिन मेंटेनेंस चार्जेस बढ़ाती जा रही है। कभी 25 पैसे से स्टार्ट करके आज 2 रुपये 20 पैसे पर स्क्वायर फीट लेने लगी है, और ऐसा महसूस होने लगा हम लोग दोबारा किराएदार हो गए ओनर होने के बाद, जबकि काफी महंगे खरीदे। तो पहला विजन ये है कि इस मेंटेनेंस चार्जेस को हम लोग नीचे लेके आएंगे और कम से कम 25% का हम लोग प्रॉमिस लोगों से कर रहे हैं कि नीचे लाया जा सकता है। आप इसको कैसे करेंगे? मतलब कोई आपका रोड मैप है बनाया हुआ? यस, इसका रोड मैप ये है कि सबसे पहले तो हमने आइडेंटिफाई करना है, इनकी ऑडिट करनी है कि कहाँ पर ही ज्यादा खर्च कर रहे हैं, है ना? इनके फैसिलिटी प्लस के जो रिकॉर्ड्स हैं वो हमें चेक करेंगे कि कहाँ ज्यादा खर्च कर रहे हैं, कहाँ मैनिपुलेशंस हो रहे हैं। कुछ पैसे उससे कम होंगे, प्लस अगर ये फैसिलिटी प्लस सोसाइटी को ट्रांसफर हो जाती है तो सीधा 18% जो जीएसटी लगता है वो भी हमें बचेगा। सोसाइटी के लिए इसमें रिबेट है, प्लस मैन पावर जो रिसोर्सेज फैसिलिटी प्लस ले रखे हैं वो भी हम नीचे लेके आएंगे, जिससे कि मिनिमम एक्सपेंसेस में हाई क्वालिटी, वर्ल्ड क्लास क्वालिटी दी जा सके। और जो एक सोसाइटी में एक चाहिए, जो एक एंटरटेनमेंट का चाहिए और क्लब्स वगैरह की जो एक फैमिली गेट टुगेदर चाहिए, क्या वो उसके लिए भी कुछ है? फैमिली के लिए हम लोग काफी कुछ कर रहे हैं। अभी फैमिली एटमॉस्फेयर है, लेकिन इतना अच्छा एटमॉस्फेयर नहीं है क्योंकि इसमें इन्फ्लुएंस दूसरे लोगों का है। अभी यूनिटी नहीं हुई है, हार्मनी नहीं बनी है। इसके लिए हम लोग ने अलग से डेडिकेटेड टीम्स बनानी है जो कि लोगों को एक साथ एक प्लेटफॉर्म पर लेके आए, एक साथ इवेंट्स हो, एक साथ रिलीजियस एक्टिविटीज हो। मेरे सक्सेना जी 2 प्रश्न है आपसे। हाँ जी। जो मैंने यहाँ सर्वे किया, लोगों के अंदर हम आए गए मिले, एक तो पिछले दिनों यहाँ किसी को कुत्ते ने काट खाया था, आवारा कुत्ते आ जाते हैं बाहर से, इतनी सिक्योरिटी और दूसरे होने के बावजूद बाहर आउटर पर बाढ़ नहीं है, लोग डरते हैं, आवारा कुत्ते यहाँ घूमते हैं ओमेक्स के अंदर, वो अखबारों की सुर्खियां भी बने, उसके लिए भी आप कुछ करेंगे? इसके लिए डेफिनेटली करेंगे, और हमारे 30 पॉइंट्स में एक एजेंडा डॉग के लिए भी है कि इसको रिहेबिलिटेट भी करेंगे और यहाँ से इरेडिकेट करेंगे। और इसके लिए रोड मैप ये तैयार किया है कि पहले तो ओमेक्स को गेटेड सिक्योरिटी बनाएंगे कि बाहर के डॉग्स आ ना पाए, लोगों को अवेयर करें कि उनको वो खाने के लिए सामान एक ही जगह पे दें जिससे ये पूरी सोसाइटी में घूम ना सके। तीसरा, जो एनजीओज हैं उनको कांटेक्ट करेंगे और कहेंगे कि इनको रिहेबिलिटेट करें। और सेकंड नंबर पर यहाँ जो पिछली सोसाइटीज है उसके पास करोड़ों रुपए पड़े हैं, लेकिन फिर भी खर्च पे खर्च लगा रहे हैं, और उसमें चर्चा है लोगों के अंदर कि काफी बड़े लेवल पर घपले हो रहे हैं। ये पहले भी अभी हमने आपको बताया कि फैसिलिटी प्लस की मेंटेनेंस कॉस्ट जो भी लग रही है उसकी हम लोग ऑडिट करेंगे पहले कि ये किस तरह से खर्च कर रहे हैं और क्या बचा रहे हैं, पूरा ट्रांसपेरेंसी के साथ लोगों के सामने पहले लेके आएंगे। थैंक यू। इलेक्शन की प्रक्रिया चल रही है ओमेक्स ਦੇ ਵਿੱਚ ਤੇ ਸੰਡੇ ਨੂੰ ਇਲੈਕਸ਼ਨ ਹੋਣ ਜਾ ਰਿਹਾ ਹੈ। ਐਜ਼ ਅ ਰੈਜ਼ੀਡੈਂਟ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਪਹਿਲਾਂ ਤਾਂ ਸਭ ਨੂੰ ਮੇਰਾ ਬਹੁਤ ਹੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਖੁਦ 10 ਸਾਲ ਲੋਧੀ ਕਲੱਬ ਸੈਕਟਰੀ ਔਰ ਜਨਰਲ ਸੈਕਟਰੀ 3 ਵਾਰੀ ਰਿਹਾ ਹੈਗਾ। ਉਹ ਤੁਹਾਡੇ ਲੋਕਾਂ ਦਾ ਬਹੁਤ ਪ੍ਰੇਮ ਔਰ ਪਿਆਰ ਮੈਨੂੰ ਮਿਲਿਆ ਹੈਗਾ। ਉਹ ਤੁਹਾਡੇ ਸਭ ਦੇ ਸਹਿਯੋਗ ਔਰ ਤੁਹਾਡੇ ਮਾਰਗਦਰਸ਼ਨ ਕਰਨ ਦੇ ਨਾਲ ਉਸ ਕਲੱਬ ਨੂੰ ਅੱਜ ਕਿੱਥੇ ਤੇ ਕਿੱਥੇ ਪਹੁੰਚ ਗਿਆ ਹੈਗਾ। ਤੁਸੀਂ ਸਾਰੇ ਸਾਰਾ ਸ਼ਹਿਰ ਇਸ ਗੱਲ ਨੂੰ ਜਾਣਦੇ ਹੋ। ਮੈਂ ਅੱਜ ਤੁਹਾਨੂੰ ਇਹ ਨਹੀਂ ਕਹਿਣ ਆਇਆ ਜਾਂ ਅਪੀਲ ਕਰਨੀ ਹੈ ਵੀ ਤੁਸੀਂ ਮੇਰੇ ਕਹੇ ਤੇ ਬਨੀਤ ਹਾਂਡਾ ਨੂੰ ਜਾਂ ਸਕਸੇਨਾ ਜੀ ਨੂੰ ਜਾਂ ਇਹਨਾਂ ਦੇ ਗਰੁੱਪ ਨੂੰ ਵੋਟ ਪਾਓ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ, ਮੇਰੇ ਕਹਿਣ ਤੇ, ਮੇਰੀ ਰਿਕੁਐਸਟ ਕਰਨ ਤੇ ਤੁਸੀਂ ਜਿੱਦਾਂ ਮੈਨੂੰ ਪਿਆਰ ਦਿੱਤਾ, ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਇੱਕ ਵਾਰੀ ਗੌਰ ਕਰੋ, ਵਿਚਾਰ ਕਰੋ ਇਹਨਾਂ ਦੇ ਬਾਰੇ, ਔਰ ਇਹਨਾਂ ਦਾ ਤੁਸੀਂ ਇਹਨਾਂ ਦਾ ਬਿਜ਼ਨਸ ਦਾ ਸਿਸਟਮ ਦੇਖੋ, ਇਹਨਾਂ ਦਾ ਫਾਈਨੈਂਸ਼ੀਅਲ ਸਿਸਟਮ ਦੇਖੋ, ਇਹਨਾਂ ਦੀ ਬੈਕਗ੍ਰਾਉਂਡ ਦੇਖੋ, ਪਰਿਵਾਰ ਦਾ ਸਾਰਾ ਹੀ ਬੈਕਗ੍ਰਾਉਂਡ ਦੇਖੋ। ਉਸ ਚੀਜ਼ ਨੂੰ ਦੇਖ ਕੇ ਫਿਰ ਉਹਨੂੰ ਸਾਰਾ ਵਿਚਾਰ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਕੀਮਤੀ ਵੋਟ ਦਿਓ, ਸਿਰਫ ਮੇਰੇ ਕਰਕੇ ਨਾ ਦਿਓ। ਮੈਂ ਲੇਕਿਨ ਇਹ ਜ਼ਰੂਰ ਅਪੀਲ ਕਰਦਾ ਹੈਗਾ ਕਿ ਅਗਰ ਮੈਂ ਆਇਆ ਹੈਗਾ
ਤੇ ਮੈਂ ਮਤਲਬ ਕਿਸੇ ਬਹੁਤ ਅੱਛੇ ਬੰਦੇ ਲਈ ਉਹ ਬਹੁਤ ਅੱਛਾ ਬੰਦਾ ਤੁਹਾਨੂੰ ਚਾਹੁੰਦਾ ਕਿ ਸਾਰੀ ਟੀਮ ਇੱਥੇ ਆਵੇ। ਮੈਂ ਖੁਦ ਵੀ ਮੇਰਾ ਇੱਥੇ ਫਲੈਟ ਵੀ ਹੈਗਾ ਵਾ, ਠੀਕ ਹੈ, ਜਿਵੇਂ ਵੈਸੇ ਮੈਨੂੰ ਪੋਜੈਸ਼ਨ ਨਹੀਂ ਮਿਲਿਆ ਹੈਗਾ, ਲੇਕਿਨ ਮੈਂ ਖੁਦ ਸਰਾਭਾ ਨਗਰ ਰਹਿੰਦਾ ਹੈਗਾ। ਲੇਕਿਨ ਅੱਜ ਮੈਨੂੰ ਦੇਖ ਕੇ ਮਹਿਸੂਸ ਕਰਕੇ ਸਾਰਾ ਘੁੰਮ ਕੇ ਇਹ ਫੀਲ ਹੋ ਰਿਹਾ ਕਿ ਸਰਾਭਾ ਨਗਰ ਜੈਸੀ ਜਗ੍ਹਾ ਛੱਡ ਕੇ ਮੈਂ ਵੀ ਇੱਥੇ ਆ ਕੇ ਰਵਾਂ, ਅਗਰ ਆਪਣਾ ਰੈਜ਼ੀਡੈਂਸ ਇੱਥੇ ਸ਼ਿਫਟ ਕਰਾਂ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣਾ ਇੱਕ ਵਾਰੀ ਪ੍ਰੇਮ ਬਾਕੀ ਟੀਮ ਨੂੰ ਪੁਰਾਣੀ ਨੂੰ ਇਹਨਾਂ ਦਿੱਤਾ ਹੀ ਹੈਗਾ ਵਾ, ਇੱਕ ਵਾਰੀ ਇਹ ਬੰਦਿਆਂ ਨੂੰ ਅਜਮਾਓ। ਔਰ ਉਹ ਇੱਥੇ ਜਿੰਨਾ ਕੁ ਜੋ ਮਾਹੌਲ ਹੈਗਾ, ਸਿਸਟਮ ਹੈਗਾ, ਬਹੁਤ ਅੱਛਾ ਹੈਗਾ, ਹੋਰ ਬਹੁਤ ਜ਼ਿਆਦਾ ਅੱਛਾ ਬਣ ਸਕਦਾ ਹੈਗਾ। ਸਾਰਾ ਟਰਾਂਸਪੇਰੈਂਟ ਸਿਸਟਮ ਇਹ ਬਣਾਉਣਾ ਚਾਹੁੰਦੇ ਹੈਗੇ ਆ। ਇਹਨਾਂ ਦੇ ਮਨ 'ਚ ਬਹੁਤ ਸਾਰੀਆਂ ਇੱਛਾਵਾਂ ਹੈਗੀਆਂ, ਬਹੁਤ ਕੁਝ ਕਰਨ ਦੀਆਂ ਉਮੀਦਾਂ ਹੈਗੀਆਂ। ਤੁਸੀਂ ਇਹਨਾਂ ਨੂੰ ਥੋੜਾ ਜਿਹਾ ਆਪਣਾ ਪਿਆਰ ਦਿਓ, ਆਪਣੀ ਵੋਟ ਦਿਓ। ਤਾਂ ਸੰਡੇ ਨੂੰ 10 ਜਨਵਰੀ ਨੂੰ ਉਹਨਾਂ ਨੂੰ ਵੋਟ ਬਹੁਤ ਵੱਡੇ ਸਮਰਥਨ ਨਾਲ ਜਿਤਾਓ। ਥੈਂਕ ਯੂ। ਇੱਧਰ ਅਸੀਂ ਇੱਕ ਅੱਛੀ ਟੀਮ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ, ਜਿਹਦੇ ਨਾਲ ਕਿ ਰੈਜ਼ੀਡੈਂਸ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਜਿਹੜੀਆਂ ਕਿ ਇਹ ਮੈਕਸ ਮੇਨਟੇਨੈਂਸ ਵਾਲੇ ਸੁਣਦੇ ਨਹੀਂਗੇ। ਇਹ ਫੰਡ ਸਾਰੇ ਟ੍ਰਾਂਸਫਰ ਹੁੰਦੇ ਆ ਇੱਧਰ ਉੱਧਰ, ਕੋਈ ਕੰਮ ਨਹੀਂ ਕਰਦੇ ਪ੍ਰੋਪਰ। ਹਾਂ, ਕੰਮ ਪ੍ਰੋਪਰ ਕਰਨ ਕਰਕੇ ਅਸੀਂ ਕਹਿੰਦੇ ਮਨੀਤ ਹਾਂਡਾ ਜੀ ਨੂੰ ਲੈ ਕੇ ਆਂਦਾ ਜਾਵੇ। ਇਹਨਾਂ ਨੂੰ ਇਸ ਚੀਜ਼ ਦੇ ਬਾਰੇ ਬਹੁਤ ਨੌਲੇਜ ਹੈ ਵੀ ਕੀ ਕੰਮ ਹੋਣੇ ਚਾਹੀਦੇ, ਕਿੱਦਾਂ ਹੋਣੇ ਚਾਹੀਦੇ ਆ। ਉਸ ਤਰੀਕੇ ਨਾਲ ਇਹ ਕੰਮ ਕਰਾਉਣਗੇ, ਕਿਉਂਕਿ ਜਿਹੜੀ ਪੁਰਾਣੀ ਟੀਮ ਸੀ ਉਹਨਾਂ ਨੂੰ ਕੋਈ ਕੰਮ ਦਾ ਪਤਾ ਨਹੀਂ ਸੀਗਾ। ਉਹ ਤਾਂ ਕਿਸੇ ਆਦਮੀ ਦਾ ਕੰਮ ਕਰਾਇਆ ਹੋਇਆ, ਕਹਿੰਦੇ ਸੀ ਅਸੀਂ ਕਰਾਇਆ, ਕਿਸੇ ਆਦਮੀ ਦਾ ਕੰਮ ਕਰਾਇਆ ਅਸੀਂ ਕਰਾਇਆ। ਉਹ ਕੰਮ ਦੇ ਫਾਇਦਾ ਉਸ ਕੰਮ ਦਾ ਹੈ ਜਿਹੜਾ ਕਿ ਨੌਲੇਜ ਹੋਵੇ, ਕੰਮ ਕਰਾਉਣ ਸਾਰਾ ਜਗ੍ਹਾ ਦੇ ਵਿੱਚ ਜਾ ਕੇ ਜਿਹੜਾ ਵੀ ਉਹਨਾਂ ਦੇ ਸਾਡੇ ਹੱਕ ਹੈਗੇ ਆ ਉਹ ਸਾਨੂੰ ਮਿਲਣੇ ਚਾਹੀਦੇ। ਨਾਮ ਸਰ ਪਤਾ? ਮੇਰਾ ਨਾਮ ਜੇਪੀ ਸਿੰਘ ਹੈ ਜੀ, ਸਰਵੀਜਾ। ਇਲੈਕਸ਼ਨ ਚੱਲ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਇਲੈਕਸ਼ਨ ਦੇ ਵਿੱਚ ਦੇਖੋ ਜੀ, ਮੈਂ 3-4 ਸਾਲ ਤੋਂ USA 'ਚ ਰਿਹਾ, ਲੇਕਿਨ ਵਿੱਚ ਮੈਂ ਇੱਥੇ ਆਉਂਦਾ ਰਿਹਾ। ਜਿਹੜੀਆਂ ਸਮੱਸਿਆਵਾਂ ਨੇ ਇੱਥੋਂ ਦੀਆਂ ਜੋ ਪਹਿਲੇ ਸੀ ਉਹ ਹੁਣ ਤੱਕ ਇੱਦਾਂ ਹੀ ਚੱਲ ਰਹੀਆਂ, ਕੋਈ ਵਧੀਆ ਹੀ ਨਹੀਂ। ਤਾਂ ਸਾਡਾ ਸਾਰਿਆਂ ਦਾ ਵਿਚਾਰ ਹੈ ਜਿਹੜੀ ਇੱਥੇ ਰਹਿਣ ਵਾਲੀ ਕਿ ਜਿਹੜੀ ਇੱਕ ਟੀਮ ਪਹਿਲਾਂ ਕੰਮ ਕਰ ਰਹੀ ਸੀ, ਕਿਉਂ ਨਾ ਹੁਣ ਦੂਸਰੀ ਟੀਮ ਨੂੰ ਮੌਕਾ ਦਿੱਤਾ ਜਾਵੇ। ਇਹਨਾਂ ਦਾ ਮੈਨੀਫੈਸਟੋ, ਇਹਨਾਂ ਦੀ ਬੈਕਗਰਾਊਂਡ, ਇਹਨਾਂ ਦਾ ਜਿਹੜਾ ਵਰਕਿੰਗ ਤਰੀਕਾ ਹੈ ਸਾਨੂੰ ਤਾਂ ਬਹੁਤ ਅੱਛਾ ਲੱਗਿਆ ਜੀ। ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਨੂੰ ਮੈਜੋਰਟੀ ਦੇ ਨਾਲ ਜਿਤਾਓ ਤਾਂ कि ਇੱਥੇ ਡਿਵੈਲਪਮੈਂਟ ਦਾ ਕੰਮ ਕਰੋ। जागृति लहर के लिए लुधियाना से पारस दानिया की रिपोर्ट।